ਹੁਣ ਖੋਜੀ ਬੁੱਢਾ ਹੋ ਗਿਆ ਸੀ। ਉਸਦੇ ਕਾਲੇ ਵਾਲ ਸਫੈਦ ਹੋ ਗਏ। ਉਸਦੇ ਉਪਕਾਰ ਭਰੇ ਜੀਵਨ ਨੇ ਉਸਦੇ ਦਿਲ ਨੂੰ ਸੰਤੁਸ਼ਟ ਤੇ ਚਿਹਰੇ ਨੂੰ ਨੂਰਾਨੀ ਬਣਾ ਦਿੱਤਾ। ਪਹਾੜਾਂ ਦੀ ਇਕਾਂਤ ਖੋਜੀ ਨੂੰ ਇੰਨੀ ਚੰਗੀ ਲੱਗਦੀ ਸੀ ਕਿ ਉਹ ਸਦਾ ਹੀ ਇਕਾਂਤ ਵਿੱਚ ਟਿਕਣਾ ਤੇ ਰਹਿਣਾ ਚਾਹੁੰਦਾ ਸੀ। ਉਸ ਨੂੰ ਉਸ ਇਕਾਂਤ ਤੇ ਸ਼ਾਂਤੀ ਦੇ ਸਾਹਮਣੇ ਆਪਣੇ ਸਰੀਰ ਦਾ ਹਿੱਲਣਾ ਜੁਲਣਾ, ਸਰੀਰ ਦੇ ਅੰਦਰ ਹਰ ਵੇਲੇ ਹਰਕਤ ਜਾਰੀ ਰਹਿਣਾ ਤੇ ਨਾਲੇ ਭੁੱਖ ਤੇ ਪਿਆਸ ਦਾ ਰੋਜ਼ ਆ ਕੇ ਤੰਗ ਕਰਨਾ ਉਸ ਨੂੰ ਬਹੁਤ ਵੱਡਾ ਬੋਝ ਜਾਪਦਾ ਸੀ ਤੇ ਉਹ ਚਾਹੁੰਦਾ ਸੀ ਕਿ ਹੁਣ ਮੈਂ ਸਰੀਰ ਦੀ ਕੈਦ ਤੋਂ ਆਜ਼ਾਦ ਹੋ ਕੇ ਪਹਾੜਾਂ ਦੀ ਸ਼ਾਂਤੀ ਵਿੱਚ ਹੀ ਸਮਾ ਜਾਵਾਂ। ਪਰ ਅਜੇ ਵੀ ਕੋਈ ਖਿਆਲ ਉਸ ਦੇ ਮਨ ਵਿੱਚ ਆਉਂਦਾ ਸੀ ਤੇ ਉਹ ਕਦੀ-ਕਦੀ ਚਾਹੁੰਦਾ ਸੀ ਕਿ ਪਹਾੜਾਂ ਤੋਂ ਉਤਰ ਕੇ ਇੱਕ ਵਾਰ ਆਪਣੇ ਦੇਸ਼ ਦਾ ਜਾ ਕੇ ਦੌਰਾ ਕਰੇ ਤੇ ਆਪਣੇ ਅੱਖੀਂ ਆਪਣੇ ਦੇਸ਼ ਦੀ ਅਮੀਰੀ ਤੇ ਖੁਸ਼ਹਾਲੀ ਨੂੰ ਵੇਖੇ ਜੋ ਕਿ ਉਸ ਦੇ ਦੇਸ਼ ਵਾਸੀਆਂ ਨੇ ਉਸ ਅਮੁੱਖ ਖਜ਼ਾਨੇ ਤੋਂ ਦੌਲਤ ਲਿਆ ਕੇ ਆਪਣੇ ਦੇਸ਼ ਦੀ ਹਰੇਕ ਨੁੱਕਰ ਵਿੱਚ ਖਿਲਾਰ ਲਈ ਹੋਣੀ ਹੈ। ਇਸ ਲਈ ਪਰਮ ਆਨੰਦ ਵਿੱਚ ਸਮਾ ਜਾਣ ਤੋਂ ਪਹਿਲਾਂ ਖੋਜੀ ਆਪਣਾ ਭੇਸ ਬਦਲ ਕੇ ਕੁਝ ਮਿੱਤਰਾਂ ਸਮੇਤ ਪਹਾੜਾਂ ਤੋਂ ਉਤਰ ਕੇ ਆਪਣੇ ਦੇਸ਼ ਵੱਲ ਆਇਆ। ਪਹਿਲੋਂ ਪਹਿਲ ਰਸਤੇ ਵਿੱਚ ਆਪਣੇ ਪਿੰਡਾਂ ਵਿੱਚ ਜਦੋਂ ਖੋਜੀ ਨੇ ਦੇਸ਼ ਦੀ ਸੁਧਰੀ ਹਾਲਤ ਦਾ ਕੋਈ ਨਿਸ਼ਾਨ ਨਾ ਵੇਖਿਆ ਤਾਂ ਉਸ ਦੇ ਦਿਲ ਵਿੱਚ ਬੜੀ ਹੈਰਾਨੀ ਹੋਈ ਕਿ ਇੰਨੇ ਚਿਰ ਵਿੱਚ ਦੇਸ਼ ਦੀ ਅਮੀਰੀ ਦਾ ਅਸਰ ਪਿੰਡਾਂ ਉੱਤੇ ਕਿਉਂ ਨਹੀਂ ਪਿਆ। ਫਿਰ ਉਸ ਨੂੰ ਖਿਆਲ ਆਇਆ ਕਿ ਸ਼ਾਇਦ ਉਸ ਦੇ ਦੇਸ਼ ਵਾਸੀਆਂ ਨੇ ਉન્નਤੀ ਦਾ ਕੰਮ ਵੱਡੇ ਵੱਡੇ ਸ਼ਹਿਰਾਂ ਤੋਂ ਸ਼ੁਰੂ ਕੀਤਾ ਹੋਣਾ, ਇਸ ਲਈ ਜਾ ਕੇ ਰਾਜਧਾਨੀ ਵਿੱਚ ਵੇਖਦੇ ਹਾਂ ਤੇ ਉੱਥੇ ਜਾ ਕੇ ਦੇਸ਼ ਦੀ ਉન્નਤੀ ਦਾ ਸਾਰਾ ਨਕਸ਼ਾ ਵੇਖ ਕੇ ਆਪ ਤਸੱਲੀ ਕਰਦੇ ਹਾਂ। ਰਾਜਧਾਨੀ ਵਿੱਚ ਵੜਦਿਆਂ ਹੀ ਖੋਜੀ ਨੇ ਸੜਕਾਂ, ਬਾਜ਼ਾਰਾਂ, ਗਲੀਆਂ ਤੇ ਮੁਹੱਲਿਆਂ ਵਿੱਚ ਜਾਣਾ ਸ਼ੁਰੂ ਕੀਤਾ, ਪਰ ਉਸ ਨੂੰ ਸਾਰਾ ਕੁਝ ਉਸੇ ਤਰ੍ਹਾਂ ਪੁਰਾਣਾ ਨਕਸ਼ਾ ਹੀ ਨਜ਼ਰ ਆਇਆ। ਸਾਰੇ ਬਾਜ਼ਾਰ ਉਸੇ ਤਰ੍ਹਾਂ ਹੀ ਤੰਗ ਤੇ ਮੈਲੇ ਸਨ ਜਿਵੇਂ ਕਈ ਸਾਲ ਪਹਿਲਾਂ ਖੋਜੀ ਨੇ ਵੇਖੇ ਸਨ। ਸਾਰੇ ਲੋਕ ਉਸੇ ਪੁਰਾਣੀ ਖਸਤਾ ਹਾਲਤ ਵਿੱਚ ਹੀ ਨਜ਼ਰ ਆਉਂਦੇ ਸਨ। ਰੋਗ, ਥੋੜ, ਚਿੰਤਾ, ਫਿਕਰ ਸਭ ਲੋਕਾਂ ਦੇ ਚਿਹਰਿਆਂ ਨੂੰ ਦੁਖੀ ਕਰ ਰਹੀ ਸੀ। ਖੋਜੀ ਬੜਾ ਹੈਰਾਨ ਹੋਇਆ ਕਿ ਮੇਰੇ ਦੇਸ਼ ਵਾਸੀਆਂ ਨੇ ਇੰਨੇ ਵਰ੍ਹਿਆਂ ਵਿੱਚ ਤੇ ਬੇਸ਼ੁਮਾਰ ਧਨ ਉਸ ਅਮੁੱਖ ਖਜ਼ਾਨੇ ਵਿੱਚੋਂ ਲੈ ਆਂਦਾ ਹੋਣਾ, ਪਰ ਉਹ ਇਸ ਧਨ ਨੂੰ ਲਿਆ ਕੇ ਕਰਦੇ ਕੀ ਰਹੇ ਨੇ। ਜਿਸ ਦੇਸ਼ ਵਿੱਚ ਬੇਸ਼ੁਮਾਰ ਧਨ ਹੋਵੇ ਉੱਥੋਂ ਦਾ ਤਾਂ ਹੁਲੀਆ ਹੀ ਬਦਲ ਜਾਣਾ ਚਾਹੀਦਾ ਸੀ, ਪਰ ਮੈਂ ਤੇ ਸਾਰਾ ਕੁਝ ਪੁਰਾਣੀ ਖਸਤਾ ਹਾਲਤ ਵਿੱਚ ਹੀ ਵੇਖ ਰਿਹਾ। ਬਾਜ਼ਾਰਾਂ ਵਿੱਚ ਮੰਗਤੇ ਉਸੇ ਤਰ੍ਹਾਂ ਭੀਖ ਮੰਗਦੇ ਸਨ। ਹਕੀਮਾਂ, ਵੈਦਾਂ ਦੇ ਬੂਹਿਆਂ ਤੇ ਉਸੇ ਤਰ੍ਹਾਂ ਰੋਗੀ ਰੁਲਦੇ ਪਏ ਸਨ। ਮਜ਼ਦੂਰ ਲੋਕਾਂ ਨੂੰ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਰੱਜਵੀਂ ਰੋਟੀ ਵੀ ਨਹੀਂ ਸੀ ਮਿਲਦੀ। ਇਹ ਤੇ ਬਿਲਕੁਲ ਉਹ ਹਾਲਤ ਹੀ ਸੀ ਜਿਵੇਂ ਉਸ ਦੇ ਖਜ਼ਾਨਾ ਲੱਭਣ ਤੋਂ ਪਹਿਲਾਂ ਸਾਰਾ ਦੇਸ਼ ਦੁਖੀ ਹੋ ਰਿਹਾ ਸੀ। ਇਸ ਤਰ੍ਹਾਂ ਇਹ ਕੁਝ ਵੇਖ ਕੇ ਖੋਜੀ ਦਾ ਮਨ ਵੀ ਅਤਿਅੰਤ ਦੁਖੀ ਹੋਇਆ। ਉਹ ਹਾਲਾਂ ਵੀ ਗਲੀਆਂ ਤੇ ਬਾਜ਼ਾਰਾਂ ਵਿੱਚੋਂ ਨਿਰਾਸਤਾ ਭਰੀਆਂ ਅੱਖਾਂ ਨਾਲ ਚਾਰੇ ਪਾਸੇ ਆਪਣੀ ਉਮਰ ਭਰ ਦੀ ਕੀਤੀ ਹੋਈ ਮਿਹਨਤ ਦਾ ਫਲ ਲੱਭ ਰਿਹਾ ਸੀ। ਭਾਵੇਂ ਕੁਝ ਦੇਰ ਬਾਜ਼ਾਰਾਂ ਵਿੱਚ ਫਿਰਨ ਮਗਰੋਂ ਉਸ ਨੂੰ ਇੱਕ ਦੋ ਬੰਦਿਆਂ ਨੇ ਪਛਾਣ ਹੀ ਲਿਆ। ਬਸ ਫਿਰ ਕੀ ਸੀ, ਇਸ ਖੋਜੀ ਦੇ ਸ਼ਹਿਰ ਵਿੱਚ ਆਉਣ ਦੀ ਖਬਰ ਸਾਰੇ ਸ਼ਹਿਰ ਵਿੱਚ ਫੈਲ ਗਈ। ਖੋਜੀ ਜਿੱਧਰ ਵੀ ਜਾਂਦਾ ਹਜ਼ਾਰਾਂ ਬੰਦੇ ਉਸ ਨੂੰ ਵੇਖਣ ਆਉਂਦੇ ਤੇ ਫੁੱਲਾਂ ਦੇ ਹਾਰ ਉਸ ਦੇ ਗਲ ਵਿੱਚ ਪਾਉਂਦੇ। ਇੱਕ ਸੇਠ ਨੂੰ ਜਦੋਂ ਪਤਾ ਲੱਗਾ ਕਿ
खोजी राजधानी विच आया तां उसने अपनी सब तो सोहनी गड्डी लिया के खोजी दे सामने हाजिर कर दिती ते हथ जोड़ के आख्या, महाराज तुसी पैदल ना चलो, बल्कि मेरी गड्डी विच सवार होके ना मैनू निहाल करो ते मेरी गड्डी भी पवित्र कर दिओ। हुण खोजी उस बड़ी सोहनी गड्डी विच बैठा फुल्लां नाल लद्या होया सी। पिछे चौर चलाया जा रहा सी। हजारां आदमी इस गड्डी दे अगे पिछे सन ते यह जलूस राजधानी दे बाजारां विचों लंघ रहा सी। कोठियां दीयां छत्तां ते बारियां विचों लोग फुल्लां दी वर्खा करदे सन। खोजी दी गड्डी फुल्लां नाल इन्नी भर गई कि उस दे मसां दर्शन हुंदे सन। जदों जलूस देश दे राजे दे महल दे सामने पहुंचया तां खोजी नूं बाकायदा शाही फौज ने आके सलामी दिती। राजे ने सारे परिवार दे समेत महल तो बाहर आके खोजी नूं नमस्कार कीती ते हथ जोड़ के आख्या, महाराज तुसां सानू उस खजाने दा पता दिता जो कदे मुकदा ही नहीं, जिस दे सामने साडे सारे खजाने बिल्कुल मामूली ने। इसलिए तुसी राजियां दे राजा ते शाहां दे शाह हो। नहीं, बल्कि दुनिया दे सारे शाहूकार ते राजे महाराजे तुहाडे तो नीवे ने, क्योंकि उन्हां दे खजाने ते वरतिया मुक जांदे ने, पर तुहाडा खजाना ते कदे भी नहीं मुकदा। तुसी सच्चे पातशाह हो। तुहानू मेरी मेरे परिवार वल्लों अते मेरी प्रजा वल्लों सारियां वल्लों नमस्कार है। तुसी धन हो जे तुसी मेरे महल विच चल के कुछ चिर रवो। कुछ दिनां लई सारे देश वल्लों तुहानू बाकायदा जियो आया आख लईए। फिर सारे देश वालों तुहानू बाकायदा एक मान पत्र पेश करांगे। खोजी पहलों यह वेख के बड़ा हैरान होया बई उस दे देशवासी इन्ने अरसे विच सुखी ते अमीर क्यों नहीं होए। ते हुण ओह यह वेख के बड़ा हैरान हो रहा सी कि सारे उस दी इज्जत ते बड़ी करदे ने, पर हालां भी कोई उस पासों खजाने दी गल नहीं पुछदा। खैर कुछ दिनों तो बाद देश दे राजे दे प्रबंध हेठ खोजी दे योग सत्कार लई बड़ा आलीशान पंडाल सजाया गया, जिस दे सारे दे सारे दरवाजे बड़े सोहणे शिंगारे गए ते अंदर बाहर हर थां ते इस तरह लिखिया गया, साडे देश वल्लों खोजी नूं जीओ आया। एक होर थां ते लिखिया सी, साडे देश नूं खोजी ते माण है। एक होर थां ते लिखिया होया सी, इहो जिहा महापुरुष संसार ते ना जम्मिया ते ना जम्मेगा। ते फिर एक होर थां ते लिखिया, खोजी धन है। खैर राज महल तो पंडाल तक सड़क तो आके होंदे ते कालीन ते गलीचे विछाए गए। नियत समय ते खोजी दी सवारी शाही महल तो डाढी शानो शौकत नाल निकली। देश दा राजा, राजे दे वजीर, अहलकार, फौजी अफसर खोजी दी पालकी नूं मोढियां ते चुकी जा रहे सन। पालकी दे अगे राजे दीयां फौजां पलटना ते रसाले सन, जिन्हां दे अगे कई किस्मां दे वाजे वज रहे सन। खोजी दी पालकी दे पिछे देश दीयां सब वड्डियां वड्डियां सभा सुसाइटियां दे प्रतिनिध आपो अपनी सुसाइटी दे झंडे लैके खोजी दी जय, खोजी धन है, इहो जिहे नारे लाउंदे होए जा रहे सन। सड़क दे सारे पासियां तो खोजी दी पालकी उत्ते देश दीयां इस्त्रियां फुल्लां दी वर्खा कर रहीआं सन। बड़ी सज धज नाल खोजी दी सवारी जदों पंडाल विच पहुंची तां किले तो तोपां दा फायर
ਖੋਜੀ ਦੀ ਸਲਾਮੀ ਵਜੋਂ ਕੀਤਾ ਗਿਆ। ਪੰਡਾਲ ਵਿੱਚ ਸ਼ਾਹਾਨਾ ਠਾਠ ਦੀ ਸਜੀ ਸੋਨੇ ਦੀ ਕੁਰਸੀ ਉੱਤੇ ਖੋਜੀ ਨੂੰ ਬਿਠਾਇਆ ਤੇ ਦੇਸ਼ ਦੇ ਉੱਚ ਘਰਾਣਿਆਂ ਦੀਆਂ ਇਸਤਰੀਆਂ ਵੱਲੋਂ ਖੋਜੀ ਦੀ ਆਰਤੀ ਤੇ ਪੂਜਾ ਕੀਤੀ ਗਈ। ਦੇਸ਼ ਦੀ ਮਹਾਰਾਣੀ ਨੇ ਖੋਜੀ ਦੇ ਮੱਥੇ ਤੇ ਤਿਲਕ ਲਾਇਆ ਤੇ ਸਾਰੇ ਦੇਸ਼ ਵਾਸੀਆਂ ਨੇ ਖੋਜੀ ਧਨ ਹੈ, ਖੋਜੀ ਦਾ ਦੇਸ਼ ਧਨ ਹੈ, ਸਾਰੇ ਦੇਸ਼ ਵਾਸੀ ਧਨ ਹਨ, ਇਹੋ ਜਿਹੇ ਨਾਅਰੇ ਲਗਾਏ। ਹੁਣ ਦੇਸ਼ ਦੇ ਸਭ ਤੋਂ ਵੱਡੇ ਮਹਾਨ ਪੰਡਿਤ ਵੱਲੋਂ ਉਸ ਖੋਜੀ ਦੀ ਸੇਵਾ ਵਿੱਚ ਇਹ ਮਾਣ ਪੱਤਰ ਪੜ੍ਹਿਆ ਜਾਣ ਲੱਗਾ, ਜਿਸ ਵਿੱਚ ਲਿਖਿਆ ਸੀ, ਮੇਰੇ ਦੇਸ਼ ਤੇ ਕੌਮ ਦੀ ਸ਼ਾਨ, ਪਰਉਪਕਾਰੀ, ਪੂਜਨੀਕ ਤੇ ਸਤਿਕਾਰਯੋਗ ਖੋਜੀ ਜੀ, ਅਮੁੱਕ ਅਤੇ ਅਥਾਹ ਖਜ਼ਾਨੇ ਨੂੰ ਲੱਭ ਕੇ ਉਸ ਤੱਕ ਸੁੰਦਰ ਰਸਤਾ ਬਣਾਉਣ ਤੇ ਉਸ ਰਸਤੇ ਦੇ ਸਾਰੇ ਹਾਲ ਤੇ ਸਾਰੇ ਭੇਦ ਤੇ ਹਿਦਾਇਤਾਂ ਦੇਸ਼ ਦੀ ਭਾਸ਼ਾ ਵਿੱਚ ਕਿਤਾਬ ਦੀ ਸ਼ਕਲ ਵਿੱਚ ਛਪਵਾ ਕੇ ਸਭ ਦੇਸ਼ ਵਾਸੀਆਂ ਤੱਕ ਪਹੁੰਚਾਉਣ ਦੀ ਜਿਹੜੀ ਤੁਸੀਂ ਖੇਚਲ ਕੀਤੀ, ਪਰਉਪਕਾਰ ਕੀਤਾ, ਉਸ ਦੇ ਧੰਨਵਾਦ ਨੂੰ ਜ਼ਾਹਰ ਕਰਨ ਦੇ ਲਈ ਤੁਹਾਡੇ ਦੇਸ਼ ਦਾ ਰਾਜਾ ਤੇ ਪ੍ਰਜਾ ਅੱਜ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਏ ਹਨ। ਅਸਲ ਵਿੱਚ ਤਾਂ ਜਿਹੜਾ ਪਰਉਪਕਾਰ ਤੇ ਕਿਰਪਾਲਤਾ ਤੁਸੀਂ ਸਾਡੇ ਤੇ ਕੀਤੀ ਹੈ, ਉਸ ਦਾ ਧੰਨਵਾਦ ਕਿਸੇ ਵੀ ਤਰ੍ਹਾਂ ਕੀਤਾ ਨਹੀਂ ਜਾ ਸਕਦਾ। ਪਰ ਫਿਰ ਵੀ ਇਸ ਸੰਬੰਧ ਵਿੱਚ ਕੁਝ ਦਿਲੀ ਜਜ਼ਬਾਤ ਪ੍ਰਗਟ ਕਰਨ ਦਾ ਯਤਨ ਅਸੀਂ ਇਸ ਢੰਗ ਨਾਲ ਕਰ ਰਹੇ ਹਾਂ। ਜਦੋਂ ਤੋਂ ਸ੍ਰਿਸ਼ਟੀ ਰਚੀ ਗਈ, ਅੱਗੇ ਕਿਸੇ ਵੀ ਵਿਅਕਤੀ ਨੇ ਆਪ ਵਰਗੀ ਸੇਵਾ ਇਸ ਦੁਨੀਆ ਦੀ ਨਹੀਂ ਕੀਤੀ। ਅੱਜ ਤੱਕ ਇਨਸਾਨ ਨੂੰ ਇਨਸਾਨ ਵੱਲੋਂ ਜੋ ਕੁਝ ਮਿਲਦਾ ਰਿਹਾ, ਉਹ ਕੇਵਲ ਨਾਮ ਅਤੇ ਗਿਣਤੀ ਦੀਆਂ ਹੱਦਾਂ ਵਿੱਚ ਸੀ। ਇਸੇ ਲਈ ਮੁੱਕ ਜਾਣ ਵਾਲਾ ਜਾਂ ਨਾਸ ਹੋ ਜਾਣ ਵਾਲਾ ਸੀ। ਪਰ ਜਿਵੇਂ ਤੁਸੀਂ ਆਪਣੀ ਪਵਿੱਤਰ ਪੁਸਤਕ ਵਿੱਚ ਦੱਸਿਆ ਕਿ ਤੁਸੀਂ ਜੋ ਖਜ਼ਾਨਾ ਲੱਭਿਆ, ਉਸ ਨੂੰ ਜਿੰਨਾ ਵਰਤੋ ਓਨਾ ਹੀ ਹੋਰ ਭਰ ਜਾਂਦਾ ਹੈ। ਇਸ ਲਈ ਤੁਹਾਡਾ ਖਜ਼ਾਨਾ ਅਮੁੱਕ ਤੇ ਅਥਾਹ ਹੈ। ਸੰਸਾਰ ਅਤੇ ਸੰਸਾਰੀ ਲੋਕਾਂ ਦੇ ਇਸ ਤੋਂ ਵੱਡੇ ਭਾਗ ਹੋਰ ਕੀ ਹੋ ਸਕਦੇ ਨੇ ਕਿ ਉਹਨਾਂ ਵਿੱਚ ਤੁਹਾਡੇ ਵਰਗਾ ਮਹਾਪੁਰਸ਼ ਪੈਦਾ ਹੋਵੇ ਤੇ ਉਹਨਾਂ ਨੂੰ ਇੱਕ ਇਹੋ ਜਿਹੇ ਖਜ਼ਾਨੇ ਦਾ ਪਤਾ ਦੱਸ ਦੇਵੇ ਜੋ ਕਦੇ ਵਰਤਦਿਆਂ ਮੁੱਕਦਾ ਹੀ ਨਹੀਂ। ਸਾਡੇ ਦੇਸ਼ ਦੇ ਵੱਡੇ ਵੱਡੇ ਜੌਹਰੀ ਇਸ ਗੱਲ ਦੀ ਗਵਾਹੀ ਦਿੰਦੇ ਨੇ ਕਿ ਜੋ ਹੀਰੇ ਜਵਾਹਰਾਤ ਤੁਸਾਂ ਆਪਣੇ ਅਮੋਲਕ ਖਜ਼ਾਨੇ ਵਿੱਚੋਂ ਲਿਆ ਕੇ ਉਹਨਾਂ ਨੂੰ ਦਿੱਤੇ ਨੇ, ਉਹਨਾਂ ਵਰਗੇ ਹੀਰੇ ਸਾਡੀ ਧਰਤੀ ਤੇ ਪੈਦਾ ਹੀ ਨਹੀਂ ਹੁੰਦੇ। ਇਸ ਲਈ ਸਾਡੇ ਦੇਸ਼ ਤੇ ਸਾਡੀ ਕੌਮ ਨੂੰ ਮਾਣ ਹੈ ਕਿ ਤੁਹਾਡੇ ਵਰਗਾ ਮਹਾਪੁਰਸ਼ ਸਾਡੇ ਵਿੱਚ ਪੈਦਾ ਹੋਇਆ। ਤੁਹਾਡੇ ਮਾਤਾ ਤੇ ਪਿਤਾ ਧਨ ਨੇ ਜਿਨ੍ਹਾਂ ਨੇ ਤੁਹਾਡੇ ਵਰਗੇ ਪਰਉਪਕਾਰੀ ਨੂੰ ਜਨਮ ਦਿੱਤਾ। ਸਤਿਕਾਰਯੋਗ ਖੋਜੀ ਜੀ, ਤੁਸੀਂ ਸੁਣ ਕੇ ਕਿੰਨੇ ਖੁਸ਼ ਹੋਵੋਗੇ ਕਿ ਤੁਹਾਡੇ ਦੇਸ਼ ਦੇ ਵਾਸੀ ਤੁਹਾਡੀ ਕਿੰਨੀ ਕਦਰ ਕਰਦੇ ਨੇ। ਤੁਹਾਡੀ ਲਿਖੀ ਕਿਤਾਬ ਨੂੰ ਤੁਹਾਡੇ ਵਰਗਾ ਹੀ ਪਵਿੱਤਰ ਤੇ ਪੂਜਨੀਕ ਸਮਝਦੇ ਨੇ। ਤੁਹਾਡੀ ਪਵਿੱਤਰ ਕਿਤਾਬ ਦੀ ਘਰ ਘਰ ਵਿੱਚ ਪੂਜਾ ਹੁੰਦੀ ਹੈ ਤੇ ਇਸ ਤਰ੍ਹਾਂ ਜਾਪਦਾ ਹੈ ਕਿ ਤੁਸੀਂ ਆਪਣੀ ਇਸ ਕਿਤਾਬ ਦੇ ਰਾਹੀਂ ਸਦਾ ਸਾਡੇ ਦਿਲਾਂ ਵਿੱਚ ਵਸਦੇ ਹੋ। ਅਸੀਂ ਤੁਹਾਡੀ ਕਿਤਾਬ ਅੱਗੇ ਰੋਜ਼ ਫੁੱਲ ਚੜਾਉਣੇ ਆ, ਧੂਪ ਜਗਾਉਣੇ ਆ, ਚੌਰ ਕਰਦੇ ਆ ਤੇ ਉਸ ਨੂੰ ਰੇਸ਼ਮੀ ਤੇ ਮਖਮਲੀ ਰੁਮਾਲਾਂ ਵਿੱਚ ਵਲੇਟ ਕੇ ਰੱਖਨੇ ਆ। ਗਰਮੀਆਂ ਤੇ ਸਰਦੀਆਂ ਵਿੱਚ ਗਰਮ ਤੇ ਠੰਡੇ ਬਸਤਰ ਤੁਹਾਡੀ ਇਸ ਪਵਿੱਤਰ ਕਿਤਾਬ ਨੂੰ ਪਹਿਨਾਏ ਜਾਂਦੇ ਨੇ। ਗੱਲ ਕੀ, ਅਸੀਂ ਤੁਹਾਡੀ ਉਸੇ ਤਰ੍ਹਾਂ ਇੱਜ਼ਤ ਕਰਦੇ ਹਾਂ ਜਿਵੇਂ ਅਸੀਂ ਉਸ ਕਿਤਾਬ ਦੀ, ਤੇ ਜਿਵੇਂ ਇਸ ਕਿਤਾਬ ਦੀ ਅਸੀਂ ਇੱਜ਼ਤ ਕਰਦੇ ਹਾਂ ਉਸੇ ਤਰ੍ਹਾਂ ਤੁਹਾਡੀ ਕਰਦੇ ਹਾਂ। ਤੁਹਾਡੀ ਇਸ ਕਿਤਾਬ ਵਿੱਚ ਦੱਸੇ ਹੋਏ ਰਸਤੇ ਨੂੰ ਅਸੀਂ ਦੁਨੀਆ ਦੇ ਸਭ ਰਸਤਿਆਂ ਤੋਂ ਪਵਿੱਤਰ ਤੇ ਚੰਗਾ ਸਮਝਦੇ ਹਾਂ। ਜੋ ਵਿਅਕਤੀ ਤੁਹਾਡੀ ਕਿਤਾਬ ਜਾਂ ਤੁਹਾਡੇ ਦੱਸੇ ਰਸਤੇ ਨੂੰ ਸਾਡੇ ਵਾਂਗ ਹੀ ਪੂਜਨ ਤੇ ਸਤਿਕਾਰ ਕਰਨ ਲਈ ਤਿਆਰ ਨਾ ਹੋਵੇ,
ਅਸੀਂ ਉਸ ਨੂੰ ਮਹਾਂ ਭੁੱਲਿਆ ਹੋਇਆ, ਅਭਾਗਾ ਤੇ ਨੀਚ ਇਨਸਾਨ ਸਮਝਨੇ ਆ। ਤੁਹਾਡਾ ਜਨਮ ਦਿਨ ਤੇ ਤੁਹਾਡੀ ਕਿਤਾਬ ਦੇ ਲਿਖੇ ਜਾਣ ਦੇ ਦਿਨ ਨੂੰ ਅਸੀਂ ਮਹਾਨ ਪਵਿੱਤਰ ਦਿਹਾੜੇ ਸਮਝਦੇ ਹਾਂ। ਉਸ ਦਿਨ ਅਸੀਂ ਸਾਰੇ ਇਕੱਤਰ ਹੋ ਕੇ ਤੁਹਾਡੀ ਜੀਵਨ ਕਥਾ ਦੁਹਰਾਉਣੇ ਆ ਤੇ ਸਾਰਿਆਂ ਨੂੰ ਦੱਸਣੇ ਆ ਕਿ ਕਿਵੇਂ ਤੁਹਾਨੂੰ ਇਹ ਅਮੋਲਕ ਖਜ਼ਾਨਾ ਹਾਸਲ ਹੋਇਆ, ਕਿਵੇਂ ਤੁਸੀਂ ਅਨੇਕਾਂ ਕਸ਼ਟ ਸਹਾਰ ਕੇ ਉਸ ਖਜ਼ਾਨੇ ਤੱਕ ਪਹੁੰਚਣ ਦਾ ਰਸਤਾ ਤਿਆਰ ਕੀਤਾ, ਤੇ ਫਿਰ ਕਿਵੇਂ ਤੁਸੀਂ ਉਸ ਰਸਤੇ ਸੰਬੰਧੀ ਸਾਰੀ ਪੂਰੀ ਜਾਣ ਪਛਾਣ ਕਰਵਾਉਣ ਵਾਲੀ ਪਵਿੱਤਰ ਕਿਤਾਬ ਰਚੀ, ਤੇ ਕਿਵੇਂ ਉਸ ਕਿਤਾਬ ਨੂੰ ਪੜ੍ਹਨ ਦਾ ਅਧਿਕਾਰ ਸਾਰਿਆਂ ਨੂੰ, ਭਾਵੇਂ ਉਹ ਊਚ ਸਨ ਜਾਂ ਨੀਵੇਂ, ਭਾਵੇਂ ਉਹ ਰਾਜਾ ਸਨ ਜਾਂ ਪ੍ਰਜਾ, ਇਸਤਰੀ ਜਾਂ ਮਰਦ, ਸਾਰਿਆਂ ਨੂੰ ਦੇ ਦਿੱਤਾ। ਇਹੋ ਜਿਹੀਆਂ ਸਿਫਤਾਂ ਵਾਲਾ ਇਨਸਾਨ ਸਾਡੀ ਸਮਝ ਵਿੱਚ ਕੋਈ ਵਲੀ, ਪੈਗੰਬਰ, ਅਵਤਾਰ ਹੀ ਹੋ ਸਕਦਾ ਹੈ। ਇਸ ਲਈ ਅਸੀਂ ਤੁਹਾਨੂੰ ਇਨਸਾਨ ਨਹੀਂ ਮੰਨਦੇ, ਬਲਕਿ ਅਵਤਾਰ ਮੰਨਦੇ ਹਾਂ, ਤੇ ਅਵਤਾਰ ਵੀ ਉਹ ਜਿਸ ਨੇ ਪਿਛਲੇ ਸਭ ਅਵਤਾਰਾਂ ਨੂੰ ਮਾਤ ਪਾ ਦਿੱਤਾ ਹੋਵੇ। ਸੱਚ ਪੁੱਛੋ ਤਾਂ ਸਾਡੇ ਵਿੱਚੋਂ ਬਹੁਤ ਸਾਰਿਆਂ ਦਾ ਇਹ ਵਿਸ਼ਵਾਸ ਹੈ ਕਿ ਤੁਸੀਂ ਤੇ ਆਪ ਰੱਬ ਹੋ ਅਤੇ ਸਾਨੂੰ ਪਾਪੀਆਂ ਨੂੰ ਅਮੁੱਕ ਖਜ਼ਾਨੇ ਦਾ ਪਤਾ ਦੇ ਕੇ ਤਾਰਨ ਆਏ ਹੋ। ਇਸ ਲਈ ਹੈ ਪਰਮ ਪੂਜਨੀਕ ਖੋਜੀ ਜੀਓ, ਅਸੀਂ ਇਹ ਗੱਲ ਕੋਈ ਦਿਖਾਵੇ ਦੇ ਤੌਰ ਤੇ ਨਹੀਂ ਕਹਿੰਦੇ, ਕਿਉਂਕਿ ਪਿੱਛੇ ਕਈ ਵਾਰ ਅਮਲੀ ਤੌਰ ਤੇ ਕਰ ਚੁੱਕੇ ਆ ਤੇ ਅੱਗੇ ਤੋਂ ਵੀ ਲੋੜ ਪੈਣ ਤੇ ਫਿਰ ਕਰਨ ਲਈ ਤਿਆਰ ਆ ਕਿ ਤੁਹਾਡੇ ਨਾਮ ਤੋਂ ਹੀ ਅਸੀਂ ਤਨ ਮਨ ਧਰਨ ਵਾਰਨ ਲਈ ਤੇ ਲੜਨ ਮਰਨ ਲਈ ਤਿਆਰ ਆ। ਜੋ ਬੰਦਾ ਤੁਹਾਨੂੰ ਪੂਰਾ ਸਤਿਕਾਰ ਨਾ ਦੇਵੇ ਉਸ ਨੂੰ ਅਤ ਮਾੜਾ ਸਮਝਨੇ ਆ। ਜਿਹੜਾ ਕਿਤੇ ਤੁਹਾਡੀ ਸ਼ਾਨ ਵਿੱਚ ਕੋਈ ਮਾੜਾ ਲਫ਼ਜ਼ ਬੋਲੇ ਅਸੀਂ ਉਸ ਨੂੰ ਸਖਤ ਸਜ਼ਾ ਦਿੰਨੇ ਆ, ਤੇ ਜਿਹੜਾ ਵੀ ਵਿਅਕਤੀ ਤੁਹਾਨੂੰ ਪੂਰਨ ਅਵਤਾਰ ਨਾ ਸਮਝੇ ਤੇ ਕਿਸੇ ਹੋਰ ਅਵਤਾਰ ਦੀ ਪੂਜਾ ਕਰਨੀ ਚਾਹੇ, ਉਸ ਨੂੰ ਤਾਂ ਅਸੀਂ ਆਪਣੇ ਦੇਸ਼ ਵਿੱਚ ਹੀ ਨਹੀਂ ਰਹਿਣ ਦਿੰਦੇ। ਅੰਤ ਵਿੱਚ ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਕਿ ਜਦੋਂ ਤੱਕ ਸਾਡਾ ਦੇਸ਼ ਤੇ ਇਸ ਵਿੱਚ ਸਾਡੀ ਕੌਮ ਵਸਦੀ ਹੈ, ਉਦੋਂ ਤੱਕ ਅਸੀਂ ਸਿਵਾਏ ਤੁਹਾਡੇ ਹੋਰ ਕਿਸੇ ਨੂੰ ਆਪਣਾ ਪੂਜਨੀਕ ਨਹੀਂ ਬਣਾਵਾਂਗੇ, ਤੇ ਤੁਹਾਡੀ ਇਸ ਪਵਿੱਤਰ ਕਿਤਾਬ ਦੀ ਸਾਡੇ ਵਿੱਚ ਉਸੇ ਤਰ੍ਹਾਂ ਪੂਜਾ ਹੋਵੇਗੀ ਜਿਸ ਤਰ੍ਹਾਂ ਕਿਸੇ ਦੇਹਧਾਰੀ ਅਵਤਾਰ ਦੀ ਹੋ ਸਕਦੀ ਹੈ। ਸਾਡਾ ਤਨ ਮਨ ਤੇ ਧਨ ਸਭ ਤੁਹਾਡੇ ਅਰਪਣ ਹੋਵੇਗਾ। ਸਾਡੇ ਧਨ ਭਾਗ ਜੋ ਤੁਸੀਂ ਸਾਨੂੰ ਆਪਣੀ ਇਸ ਬਜ਼ੁਰਗੀ ਦੀ ਉਮਰ ਵਿੱਚ ਵੀ ਦਰਸ਼ਨ ਦੇਣ ਦੀ ਕਿਰਪਾਲਤਾ ਕੀਤੀ। ਅਸੀਂ ਤੇ ਬੜੀ ਮੁੱਦਤ ਤੋਂ ਇਹ ਕੋਸ਼ਿਸ਼ ਕਰ ਰਹੇ ਸਾਂ ਕਿ ਤੁਹਾਨੂੰ ਲੱਭ ਕੇ ਤੇ ਜਨਤਾ ਦੇ ਵਿੱਚ ਲਿਆ ਕੇ ਸਾਰੇ ਦੇਸ਼ ਵੱਲੋਂ ਸਤਿਕਾਰ ਕਰੀਏ, ਪਰ ਅਸੀਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਤੁਹਾਡਾ ਸਥਾਨ ਲੱਭ ਨਾ ਸਕੇ। ਸ਼ੁਕਰ ਹੈ ਕਿ ਸਾਨੂੰ ਤੁਹਾਡੇ ਦਰਸ਼ਨ ਹੋ ਗਏ ਤੇ ਅਸੀਂ ਆਪਣੇ ਦਿਲਾਂ ਦੀ ਸ਼ਰਧਾ ਭਗਤੀ ਤੁਹਾਡੇ ਚਰਨਾਂ ਵਿੱਚ ਪੇਸ਼ ਕਰ ਸਕੇ ਹਾਂ। ਤੁਹਾਡਾ ਪ੍ਰੇਮ ਤੇ ਸਤਿਕਾਰ ਤੁਹਾਡੇ ਦੇਸ਼ ਵਾਸੀਆਂ ਦੇ ਦਿਲਾਂ ਵਿੱਚ ਹਰ ਵੇਲੇ ਠਾਠਾਂ ਮਾਰਦਾ ਰਹੇਗਾ, ਤੇ ਸਾਡੇ ਲੂੰ ਵਿੱਚੋਂ ਸਦਾ ਇਹ ਹੀ ਧੁਨੀ ਨਿਕਲਦੀ ਰਹੇਗੀ, ਸਾਡਾ ਖੋਜੀ ਧੰਨ ਹੈ, ਸਾਡੇ ਖੋਜੀ ਦੀ ਜੈ ਹੋਵੇ। ਤੁਹਾਡੇ ਦਰਸ਼ਨਾਂ ਨੂੰ ਮੁੱਦਤਾਂ ਤੋਂ ਤਰਸਣ ਵਾਲੇ ਤੁਹਾਡੇ ਸ਼ਰਧਾਲੂ ਭਗਤ ਤੇ ਤੁਹਾਡੇ ਉੱਤੇ ਸਦਾ ਮਾਣ ਕਰਨ ਵਾਲੇ ਅਸੀਂ ਹਾਂ, ਤੁਹਾਡੇ ਦੇਸ਼ ਵਾਸੀ। ਜਦੋਂ ਇਹ ਮਾਣ ਪੱਤਰ ਦੇਸ਼ ਦੇ ਮਹਾਨ ਵਿਦਵਾਨਾਂ ਵੱਲੋਂ ਪੜ੍ਹਿਆ ਗਿਆ ਤਾਂ ਪੰਡਾਲ ਦੇ ਦੋਹਾਂ ਪਾਸਿਆਂ ਤੋਂ ਖੋਜੀ ਦੀ ਜੈ ਦੇ ਇੰਨੇ ਜੈਕਾਰੇ ਗੂੰਜੇ ਤੇ ਫੁੱਲਾਂ ਦੀ ਇੰਨੀ ਵਰਖਾ ਹੋਈ ਕਿ ਪੰਡਾਲ ਦਾ ਫਰਸ਼ ਤੇ ਫੁੱਲਾਂ ਦੀ ਸੁਹਾਵਣੀ ਸੇਜਾ ਹੀ ਬਣ ਗਿਆ। ਦੇਸ਼ ਦੇ ਰਾਜੇ ਨੇ ਹੁਣ ਉੱਠ ਕੇ ਖੋਜੀ ਨੂੰ ਸਾਰੇ ਦੇਸ਼ ਵੱਲੋਂ, ਦੇਸ਼ ਦੀਆਂ ਅਨੇਕਾਂ ਸਭਾ ਸੁਸਾਇਟੀਆਂ ਵੱਲੋਂ ਜੀਓ ਆਇਆਂ ਨੂੰ ਆਖਿਆ ਤੇ ਬੇਨਤੀ ਕੀਤੀ
ਕਿ ਖੋਜੀ ਵੀ ਦੇਸ਼ ਵਾਸੀਆਂ ਦੇ ਮਾਣ ਪੱਤਰ ਦੇ ਉੱਤਰ ਵਿੱਚ ਆਪਣੇ ਪਵਿੱਤਰ ਮਹਾਵਾਕ ਸੁਣਾ ਕੇ ਦੇਸ਼ ਵਾਸੀਆਂ ਦੇ ਹਿਰਦਿਆਂ ਨੂੰ ਠੰਡ ਪਾਵੇ। ਰਾਜੇ ਦੀ ਇਸ ਬੇਨਤੀ ਦੇ ਨਾਲ ਹੀ ਸਾਰੇ ਪਾਸਿਓਂ ਆਵਾਜ਼ਾਂ ਆਉਣ ਲੱਗ ਪਈਆਂ, ਜ਼ਰੂਰ ਖੋਜੀ ਜੀ, ਕਿਰਪਾ ਕਰੋ, ਅਸੀਂ ਤੇ ਤੁਹਾਡੀ ਗੱਲ ਸੁਣਨ ਲਈ ਤਰਸ ਰਹੇ ਹਾਂ। ਦਰਅਸਲ ਜਦੋਂ ਤੋਂ ਖੋਜੀ ਆਪਣੇ ਦੇਸ਼ ਵਿੱਚ ਆਇਆ ਸੀ, ਉਸਨੇ ਆਪਣੀ ਜ਼ੁਬਾਨ ਤੋਂ ਬਹੁਤ ਥੋੜੇ ਸ਼ਬਦ ਹੀ ਨਿਕਲਣ ਦਿੱਤੇ ਸਨ। ਉਹ ਤੇ ਸਾਰੀ ਗੱਲ ਨੂੰ ਸਿਰਫ ਗਹੁ ਨਾਲ ਵਿਚਾਰ ਹੀ ਰਿਹਾ ਸੀ। ਹੁਣ ਜਦੋਂ ਸਾਰੇ ਪਾਸਿਆਂ ਤੋਂ ਜ਼ੋਰ ਦਿੱਤਾ ਗਿਆ ਕਿ ਖੋਜੀ ਵੀ ਦੇਸ਼ ਵਾਸੀਆਂ ਨੂੰ ਸੰਬੋਧਨ ਕਰੇ, ਤਾਂ ਉਹਨਾਂ ਨੇ ਆਪਣੇ ਇੱਕ ਮਿੱਤਰ ਦੇ ਰਾਹੀਂ ਸਾਰੇ ਲੋਕਾਂ ਨੂੰ ਸੰਬੋਧਨ ਕਰਦਿਆਂ ਇਹ ਅਖਵਾਇਆ, ਮੇਰੇ ਪਿਆਰੇ ਦੇਸ਼ ਵਾਸੀਓ, ਤੁਹਾਡੇ ਵੱਲੋਂ ਕੀਤੀ ਗਈ ਆਓ ਭਗਤ ਨੂੰ ਵੇਖ ਕੇ ਮੇਰੇ ਦਿਲ ਵਿੱਚ ਕਿੰਨੇ ਸਾਰੇ ਖਿਆਲ ਆ ਰਹੇ ਨੇ, ਜਿਨ੍ਹਾਂ ਨੂੰ ਮੈਂ ਚਾਹੁੰਦਾ ਕਿ ਚੰਗੀ ਤਰ੍ਹਾਂ ਲਿਖ ਕੇ ਤੁਹਾਡੀ ਸੇਵਾ ਵਿੱਚ ਪੇਸ਼ ਕਰਾਂ। ਇਸ ਵਾਸਤੇ ਮੈਨੂੰ ਕੁਝ ਦਿਨਾਂ ਦੀ ਮੋਹਲਤ ਦਿਓ, ਮੈਂ ਤੁਹਾਡਾ ਧੰਨਵਾਦੀ ਹੋਵਾਂਗਾ। ਸਭ ਪਾਸਿਆਂ ਤੋਂ ਆਵਾਜ਼ਾਂ ਆਈਆਂ, ਸਾਡਾ ਤਨ ਮਨ ਧਨ ਖੋਜੀ ਲਈ ਹਾਜ਼ਰ ਹੈ, ਜੋ ਇਹ ਆਖੇ ਸਾਨੂੰ ਪ੍ਰਵਾਨ ਹੈ। ਉਸ ਦਿਨ ਦਾ ਸਮਾਗਮ ਤਾਂ ਖੋਜੀ ਦੇ ਜਲੂਸ ਨੂੰ ਬੜੀ ਸੱਜ ਧੱਜ ਨਾਲ ਤੇ ਜੈਕਾਰਿਆਂ ਨਾਲ ਮੁੜ ਕੇ ਰਾਜ ਮਹਿਲ ਪਹੁੰਚਾਉਣ ਤੱਕ ਸਮਾਪਤ ਹੋ ਗਿਆ। ਕੁਝ ਦਿਨਾਂ ਮਗਰੋਂ ਦੇਸ਼ ਦੇ ਲੱਖਾਂ ਵਸਨੀਕਾਂ ਦੇ ਹੱਥਾਂ ਵਿੱਚ ਖੋਜੀ ਦਾ ਇਹ ਲਿਖਤੀ ਬਿਆਨ ਪਹੁੰਚਾਇਆ ਗਿਆ, ਜਿਸ ਵਿੱਚ ਲਿਖਿਆ ਸੀ, ਮੇਰੇ ਪਿਆਰੇ ਦੇਸ਼ ਵਾਸੀਓ, ਮੇਰੇ ਆਉਣ ਤੇ ਤੁਸਾਂ ਜਿਹੜਾ ਮੇਰਾ ਸਤਿਕਾਰ ਕੀਤਾ, ਮੈਂ ਉਸ ਦਾ ਧੰਨਵਾਦੀ ਹਾਂ। ਤੁਸਾਂ ਉਹ ਵਾਲਾ ਮਾਣ ਪੱਤਰ ਜੋ ਤੁਸਾਂ ਸਮੁੱਚੇ ਦੇਸ਼ ਵੱਲੋਂ ਉਸ ਖਾਸ ਪੰਡਾਲ ਵਿੱਚ ਲੱਖਾਂ ਦੀ ਗਿਣਤੀ ਵਿੱਚ ਇਕੱਤਰ ਹੋ ਕੇ ਮੈਨੂੰ ਦਿੱਤਾ, ਮੈਂ ਉਸ ਲਈ ਵੀ ਤੁਹਾਡਾ ਧੰਨਵਾਦੀ ਹਾਂ। ਪਰ ਇਸ ਮਾਣ ਪੱਤਰ ਦੇ ਉੱਤਰ ਵਿੱਚ ਤੁਸਾਂ ਜੋ ਮੰਗ ਕੀਤੀ ਕਿ ਮੈਂ ਆਪਣੇ ਖਿਆਲ ਤੁਹਾਡੇ ਨਾਲ ਸਾਂਝੇ ਕਰਾਂ, ਜੇ ਤੁਸੀਂ ਇਹ ਮੰਗ ਨਾ ਕਰਦੇ ਤੇ ਚੰਗਾ ਹੁੰਦਾ, ਕਿਉਂਕਿ ਮੈਂ ਆਪਣੇ ਖਿਆਲ ਆਪਣੇ ਨਾਲ ਹੀ ਵਾਪਸ ਲੈ ਜਾਣਾ ਚਾਹੁੰਦਾ ਸਾਂ। ਪਰ ਹੁਣ ਤੁਹਾਡੀ ਮੰਗ ਉੱਤੇ ਤੁਹਾਡੇ ਸੰਬੰਧੀ ਤੁਹਾਡੇ ਨਾਲ ਕੀਤੇ ਹੋਏ ਇਕਰਾਰ ਮੁਤਾਬਕ ਮੈਂ ਆਪਣੇ ਦਿਲੀ ਖਿਆਲ ਪ੍ਰਗਟ ਕਰ ਰਿਹਾ। ਜੇ ਖਿਆਲ ਤੁਹਾਨੂੰ ਖੁਸ਼ ਨਾ ਕਰਨ ਤਾਂ ਖਿਮਾ ਕਰ ਦਿਆ ਜਾਏ, ਕਿਉਂਕਿ ਇਹ ਖਿਆਲ ਉਸ ਹਿਰਦੇ ਵਿੱਚੋਂ ਨਿਕਲਦੇ ਨੇ ਜੋ ਹਿਰਦਾ ਆਪਣੇ ਦੇਸ਼ ਵਾਸੀਆਂ ਦੀ ਸੇਵਾ ਤੇ ਉੱਨਤੀ ਲਈ ਸਦਾ ਤੜਫਦਾ ਰਿਹਾ ਹੈ। ਮੈਂ ਜਦ ਜਵਾਨੀ ਦੀ ਉਮਰ ਵਿੱਚ ਇਹ ਅਮੁੱਖ ਖਜ਼ਾਨਾ ਲੱਭਿਆ ਸੀ ਨਾ, ਤਾਂ ਮੇਰੇ ਦਿਲ ਵਿੱਚ ਇਹ ਖਿਆਲ ਉੱਠਿਆ ਕਿ ਬਜਾਏ ਸਿਰਫ ਆਪਣੀ ਔਲਾਦ ਨੂੰ ਦੇਣ ਦੇ, ਮੈਂ ਕਿਉਂ ਨਾ ਇਹ ਖਜ਼ਾਨਾ ਆਪਣੇ ਦੇਸ਼ ਵਾਸੀਆਂ ਨੂੰ ਭੇਟਾ ਕਰ ਦਿਆਂ, ਤਾਂ ਕਿ ਉਹਨਾਂ ਦੀ ਸਦੀਆਂ ਦੀ ਗਰੀਬੀ ਦੂਰ ਹੋ ਜਾਏ ਤੇ ਦੁਨਿਆਵੀ ਜ਼ਰੂਰਤਾਂ ਤੋਂ ਆਜ਼ਾਦ ਹੋ ਕੇ ਉਹ ਸਦਾ ਅਮੀਰ ਤੇ ਸੁਖੀ ਬਣ ਜਾਣ। ਇਸ ਆਸ਼ੇ ਨੂੰ ਅੱਖਾਂ ਅੱਗੇ ਰੱਖ ਕੇ ਮੈਂ ਕਈ ਵਰ੍ਹਿਆਂ ਦੀ ਲਗਾਤਾਰ ਮਿਹਨਤ ਨਾਲ ਆਪਣੇ ਦੇਸ਼ ਤੋਂ ਖਜ਼ਾਨੇ ਤੱਕ ਸੜਕ ਤਿਆਰ ਕਰਵਾਈ ਤੇ ਇਸ ਸੜਕ ਦੇ ਬਾਰੇ ਵਿੱਚ ਸਾਰਾ ਹਾਲ ਆਪਣੀ ਕਿਤਾਬ ਵਿੱਚ ਦਰਜ ਕੀਤਾ। ਫਿਰ ਨੀਵੇਂ ਉੱਚੇ ਆਪਣੇ ਜਾਂ ਪਰਾਏ ਦਾ ਖਿਆਲ ਨਾ ਕਰਦਿਆਂ ਸਭ ਦੇਸ਼ ਵਾਸੀਆਂ ਤੱਕ ਮੈਂ ਇਹ ਕਿਤਾਬ ਪਹੁੰਚਾ ਦਿੱਤੀ। ਮੇਰੀ ਸਾਰੀ ਕੋਸ਼ਿਸ਼ ਦਾ ਮਨੋਰਥ ਸਿਰਫ ਇੰਨਾ ਸੀ ਕਿ ਮੇਰਾ ਦੇਸ਼ ਤੇ ਮੇਰੇ ਦੇਸ਼ ਵਾਸੀ ਸੁਖ ਨਾਲ ਦੁੱਖਾਂ ਤੋਂ ਆਜ਼ਾਦ ਹੋ ਕੇ ਅਮੀਰੀ ਤੇ ਬੇਪਰਵਾਹੀ ਵਿੱਚ ਵਸਣ। ਇਹ ਸਭ ਕੁਝ ਕਰਨ ਮਗਰੋਂ ਮੈਂ ਪਹਾੜਾਂ ਵਿੱਚ ਰਹਿਣ ਦਾ ਮਨ ਬਣਾਇਆ ਤਾਂ ਕਿ ਬਾਕੀ ਦੀ ਉਮਰ ਮੈਂ ਉੱਥੇ ਬਤੀਤ ਕਰਾਂ। ਪੂਰਨ ਸੁੱਖਾਂ ਦੇ ਕਾਰਨ ਮੈਨੂੰ ਆਪਣੀ ਉਮਰ ਦੀਆਂ ਘੜੀਆਂ ਗੁਜ਼ਰਦਿਆਂ ਪਤਾ ਨਾ ਲੱਗਾ। ਹੁਣ ਜਦੋਂ ਸਰੀਰ ਛੱਡ ਕੇ ਪਹਾੜਾਂ ਦੀ ਇਕਾਂਤ ਵਿੱਚ ਸਮਾ ਜਾਣ ਦੀ ਇੱਛਾ ਮੇਰੇ ਮਨ ਵਿੱਚ ਪ੍ਰਬਲ ਹੋਈ,
ਤਾਂ ਸਿਰਫ ਇੱਕ ਸੰਕਲਪ ਸੀ ਜਿਸ ਨੇ ਮੈਨੂੰ ਇਸ ਤਰ੍ਹਾਂ ਕਰਨੋਂ ਰੋਕਿਆ, ਤੇ ਉਹ ਸੀ ਕਿ ਆਪਣੇ ਦੇਸ਼ ਦੀ ਸੁਧਰੀ ਹਾਲਤ ਨੂੰ ਮੈਂ ਆਪਣੇ ਅੱਖੀਂ ਇੱਕ ਵਾਰ ਵੇਖ ਤੇ ਲਵਾਂ। ਪਰ ਜਦੋਂ ਮੈਂ ਆਇਆ ਤਾਂ ਮੈਨੂੰ ਇਸ ਦੇਸ਼ ਦੀ ਹਾਲਤ ਉਸੇ ਤਰ੍ਹਾਂ ਹੀ ਦਿਸੀ ਜਿਸ ਤਰ੍ਹਾਂ ਸੈਂਕੜੇ ਸਾਲਾਂ ਤੋਂ ਇਸ ਦੇਸ਼ ਵਿੱਚ ਹੁੰਦਾ ਆ ਰਿਹਾ ਸੀ। ਭੁੱਖ, ਥੋੜ, ਚਿੰਤਾ, ਫਿਕਰ, ਬਿਮਾਰੀ, ਅਗਿਆਨ, ਵੈਰ ਵਿਰੋਧ, ਈਰਖਾ, ਝਗੜੇ ਜੋ ਗਰੀਬੀ ਦੀਆਂ ਨਿਸ਼ਾਨੀਆਂ ਨੇ, ਇਹ ਤੇ ਸਾਰੀਆਂ ਨਿਸ਼ਾਨੀਆਂ ਪਹਿਲੋਂ ਦੀ ਤਰ੍ਹਾਂ ਹੀ ਮੌਜੂਦ ਸਨ। ਤੇ ਖੁਸ਼ਹਾਲੀ, ਬੇਫਿਕਰੀ, ਸੰਤੋਖ, ਅਰੋਗਤਾ, ਗਿਆਨ, ਪ੍ਰੇਮ, ਮਿਲਾਪ ਤੇ ਇਤਫਾਕ ਜੋ ਗਰੀਬੀ ਦੇ ਨਾ ਹੋਣ ਦੇ ਚਿੰਨ੍ਹ ਨੇ, ਮੈਂ ਉਹਨਾਂ ਨੂੰ ਕਿਤੇ ਵੀ ਨਹੀਂ ਵੇਖਿਆ। ਇਸ ਦੇ ਉਲਟ ਮੈਂ ਕਈ ਸਾਰੀਆਂ ਇਹੋ ਜਿਹੀਆਂ ਨਵੀਆਂ ਗੱਲਾਂ ਇਸ ਦੇਸ਼ ਵਿੱਚ ਆ ਕੇ ਵੇਖੀਆਂ ਜਿਨ੍ਹਾਂ ਦਾ ਮੈਨੂੰ ਚਿੱਤ ਚੇਤਾ ਵੀ ਨਹੀਂ ਸੀ। ਮੇਰੇ ਦੇਸ਼ ਵਾਸੀਆਂ ਨੇ ਉਸ ਖਜ਼ਾਨੇ ਸੰਬੰਧੀ ਕਿਤਾਬ ਨੂੰ ਪੜ੍ਹ ਕੇ ਉਥੋਂ ਦੌਲਤ ਲਿਆ ਕੇ ਅਮੀਰ ਤੇ ਸੁਖੀ ਬਣਨ ਦੀ ਬਜਾਏ ਮੇਰੀ ਕਿਤਾਬ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਉਸ ਕਿਤਾਬ ਵਿੱਚ ਦੱਸੇ ਹੋਏ ਰਸਤੇ ਉੱਤੇ ਤੁਰਨ ਦੀ ਬਜਾਏ ਉਹਦੇ ਉੱਤੇ ਫੁੱਲ ਚੜਾਉਣੇ ਸ਼ੁਰੂ ਕਰ ਦਿੱਤੇ। ਮੇਰੇ ਤੇ ਮੇਰੀ ਕਿਤਾਬ ਦੇ ਨਾਂ ਉੱਤੇ ਕਈ ਸੰਸਥਾਵਾਂ ਤੇ ਸੁਸਾਇਟੀਆਂ ਬਣਾ ਦਿੱਤੀਆਂ ਜਿਨ੍ਹਾਂ ਦਾ ਮਨੋਰਥ ਸਿਰਫ ਉਸ ਖਜ਼ਾਨੇ ਤੋਂ ਲਾਭ ਉਠਾਉਣ ਦੀ ਬਜਾਏ ਸਿਰਫ ਇੰਨਾ ਕੰਮ ਕਰਨਾ ਹੈ ਕਿ ਮੈਂ ਆਮ ਆਦਮੀ ਨਹੀਂ, ਸਗੋਂ ਮੈਂ ਇੱਕ ਅਵਤਾਰ ਹਾਂ, ਈਸ਼ਵਰ ਹਾਂ, ਤੇ ਮੇਰੀ ਖੁਸ਼ੀ ਵਾਸਤੇ ਮੇਰੀ ਪੂਜਾ ਹੋਣੀ ਚਾਹੀਦੀ ਹੈ। ਮੈਂ ਵੇਖਿਆ ਕਿ ਜਿਹੜਾ ਕੋਈ ਬੰਦਾ ਮੈਨੂੰ ਇਨਸਾਨ ਆਖੇ ਜਾਂ ਪੂਜਾ ਕਰਨੀ ਪਸੰਦ ਨਾ ਕਰੇ, ਉਸ ਦਾ ਸਿਰ ਤੋੜਨ ਲਈ ਮੇਰੇ ਦੇਸ਼ ਵਾਸੀ ਹਰ ਵੇਲੇ ਤਿਆਰ ਨੇ। ਪਰ ਜਿਹੜੀ ਦੌਲਤ ਹਾਸਲ ਕਰਕੇ ਸੁਖੀ ਵਸਣ ਦਾ ਤਰੀਕਾ ਮੈਂ ਸਾਰੀ ਉਮਰ ਦੀ ਘਾਲਣ ਮਗਰੋਂ ਦੇਸ਼ ਵਾਸੀਆਂ ਨੂੰ ਦਿੱਤਾ ਸੀ ਨਾ, ਉਸ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਕੀ ਮੈਂ ਸਾਰੀ ਘਾਲਣਾ ਇਸ ਵਾਸਤੇ ਘਾਲੀ ਸੀ ਕਿ ਮੇਰੀ ਕਿਤਾਬ ਜਾਂ ਮੇਰੀ ਮੂਰਤੀ ਪੂਜਾ ਸ਼ੁਰੂ ਹੋ ਜਾਏ? ਇਸ ਪੂਜਾ ਤੋਂ ਮੈਨੂੰ, ਮੇਰੇ ਦੇਸ਼ ਵਾਸੀਆਂ ਨੂੰ, ਮੇਰੇ ਦੇਸ਼ ਨੂੰ ਕਿਸ ਨੂੰ ਲਾਭ ਪਹੁੰਚ ਸਕਦਾ ਹੈ? ਮੇਰੀ ਖੁਸ਼ੀ ਆਪਣੇ ਦੇਸ਼ ਵਾਸੀਆਂ ਨੂੰ ਅਮੀਰ ਤੇ ਸੁਖੀ ਵੇਖਣ ਵਿੱਚ ਸੀ, ਆਪਣੀ ਪੂਜਾ ਕਰਾਉਣ ਵਿੱਚ ਨਹੀਂ। ਮੇਰੇ ਦੇਸ਼ ਵਾਸੀਆਂ ਨੇ ਅਮੀਰ ਤੇ ਸੁਖੀ ਬਣਨ ਦੀ ਬਜਾਏ ਮੇਰੀ ਪੂਜਾ ਆਰੰਭ ਕਰਕੇ ਕਿਸ ਨੂੰ ਖੁਸ਼ ਕੀਤਾ? ਦੇਖੋ, ਮੈਂ ਇਸ ਗੱਲੋਂ ਤੇ ਇਨਕਾਰ ਨਹੀਂ ਕਰ ਸਕਦਾ ਕਿ ਮੇਰੇ ਦੇਸ਼ ਵਾਸੀਆਂ ਨੂੰ ਮੇਰੇ ਨਾਲ ਪਿਆਰ ਹੈ, ਉਹਨਾਂ ਦੇ ਦਿਲ ਵਿੱਚ ਮੇਰੀ ਇੱਜ਼ਤ ਹੈ। ਪਰ ਇਸ ਦੇ ਬਾਵਜੂਦ ਮੈਂ ਇਹ ਗੱਲ ਕਹਿਣੋਂ ਨਹੀਂ ਰਹਿ ਸਕਦਾ ਕਿ ਉਹਨਾਂ ਨੇ ਇਸ ਪਿਆਰ ਤੇ ਇੱਜ਼ਤ ਨੂੰ ਇਸ ਤਰੀਕੇ ਨਾਲ ਪ੍ਰਗਟ ਕੀਤਾ ਜਿਸ ਤੋਂ ਨਾ ਮੈਨੂੰ ਤੇ ਨਾ ਉਹਨਾਂ ਨੂੰ ਕੋਈ ਲਾਭ ਹੋਇਆ। ਹੁਣ ਮੈਂ ਮੁੜ ਆਪਣੇ ਉਸ ਅਮੁੱਖ ਖਜ਼ਾਨੇ ਦੇ ਨੇੜੇ ਪਹਾੜਾਂ ਵਾਲੇ ਘਰ ਵਿੱਚ ਜਾ ਰਿਹਾ। ਮੈਂ ਆਪਣੇ ਬਿਰਧ ਸਰੀਰ ਨੂੰ ਹੋਰ ਜ਼ਿਆਦਾ ਸਮੇਂ ਵਾਸਤੇ ਕਾਇਮ ਨਹੀਂ ਰੱਖਣਾ ਚਾਹੁੰਦਾ। ਇਸ ਨੂੰ ਪਹਾੜਾਂ ਦੀ ਉਸ ਅਸੀਮ ਸ਼ਾਂਤੀ ਵਿੱਚ ਅਲੋਪ ਕਰ ਦਿਆਂਗਾ ਤੇ ਮੇਰੀ ਆਤਮਾ ਸ੍ਰਿਸ਼ਟੀ ਦੀ ਪਰਮ ਆਤਮਾ ਨਾਲ ਇੱਕਮਿਕ ਹੋ ਕੇ ਆਪਣੇ ਦੇਸ਼ ਤੇ ਛਾ ਜਾਏਗੀ ਅਤੇ ਇਸ ਉਡੀਕ ਵਿੱਚ ਰਹੇਗੀ ਕਿ ਕਦੋਂ ਮੇਰੇ ਦੇਸ਼ ਵਾਸੀ ਅਮੀਰ ਤੇ ਸੁਖੀ ਬਣਦੇ ਨੇ। ਜੇ ਮੇਰੇ ਦੇਸ਼ ਵਾਸੀਆਂ ਦੇ ਦਿਲ ਵਿੱਚ ਸੱਚੀ ਮੁੱਚੀ ਮੈਨੂੰ ਪਿਆਰ ਕਰਨ ਦੀ ਇੱਛਾ ਹੈ ਤੇ ਮੇਰੀ ਇੱਜ਼ਤ ਹੈ, ਤਾਂ ਉਹਨਾਂ ਨੂੰ ਮੇਰੀ ਲਿਖੀ ਕਿਤਾਬ ਨੂੰ ਪੜ੍ਹਨਾ, ਵਿਚਾਰਨਾ ਤੇ ਉਸ ਕਿਤਾਬ ਵਿੱਚ ਦੱਸੇ ਅਨੁਸਾਰ ਸਫ਼ਰ ਕਰਕੇ ਖਜ਼ਾਨੇ ਤੱਕ ਪਹੁੰਚਣਾ ਤੇ ਖਜ਼ਾਨੇ ਵਿੱਚੋਂ ਜ਼ਰੂਰਤ ਅਨੁਸਾਰ ਦੌਲਤ ਲਿਆ ਕੇ ਅਮੀਰ ਤੇ ਸੁਖੀ ਬਣਨਾ ਚਾਹੀਦਾ ਹੈ। ਵਰਨਾ
ਮੇਰੀ ਆਤਮਾ ਨੂੰ ਆਪਣੀ ਜਾਂ ਆਪਣੀ ਕਿਤਾਬ ਦੀ ਪੂਜਾ ਕਰਵਾ ਕੇ ਕਦੇ ਖੁਸ਼ੀ ਨਹੀਂ ਹੁੰਦੀ। ਉਹ ਵਾਲੀ ਖੁਸ਼ੀ ਜਿਹੜੀ ਮੈਨੂੰ ਆਪਣੇ ਦੇਸ਼ ਵਾਸੀਆਂ ਨੂੰ ਆਪਣੇ ਵਰਗਾ ਅਮੀਰ ਤੇ ਸੁਖੀ ਵਸਦਿਆਂ ਵੇਖ ਕੇ ਹੋਵੇਗੀ। ਤੇ ਉਸ ਦਿਨ ਮੈਂ ਆਪਣੇ ਆਪ ਨੂੰ ਸਫਲ ਸਮਝਾਂਗਾ ਜਦੋਂ ਮੇਰਾ ਸਾਰਾ ਦੇਸ਼ ਅਮੀਰ ਤੇ ਸੁਖੀ ਹੋ ਜਾਏਗਾ। ਆਪਣੇ ਦੇਸ਼ ਵਾਸੀਆਂ ਦਾ ਸੇਵਕ ਅਤੇ ਸ਼ੁਭ ਚਿੰਤਕ, ਤੁਹਾਡਾ ਨਿਮਾਣਾ ਖੋਜੀ।